ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਹਾਊ ਟੂ ਅਪਲਾਈ ਯੂਕੇ ਵੀਜ਼ਾ ਆਨਲਾਈਨ। ਯੂਕੇ ਦਾ ਵੀਜ਼ਾ ਅਸੀਂ ਆਨਲਾਈਨ ਕਿੱਦਾਂ ਅਪਲਾਈ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਗੂਗਲ ਦੇ ਵਿੱਚ ਜਾ ਕੇ ਐਂਟਰ ਕਰੋਗੇ www.gov.uk ਤੇ ਸਟੈਂਡਰਡ ਵੀਜ਼ਾ ਵਿਜ਼ਟਰ ਵੀਜ਼ਾ ਜਿਹੜਾ ਆ ਐਂਟਰ ਪ੍ਰੈਸ ਕਰਾਂਗੇ। ਦੈਨ ਇਹ ਵੈਬਸਾਈਟ ਖੁੱਲ੍ਹ ਜਾਏਗੀ। ਇੱਥੇ ਅਸੀਂ ਫਿਰ ਅਪਲਾਈ ਫੋਰ ਏ ਸਟੈਂਡਰਡ ਵਿਜ਼ਟਰ ਵੀਜ਼ਾ 'ਤੇ ਕਲਿੱਕ ਕਰਾਂਗੇ। ਜਿਹੜੀ ਵੀਜ਼ਾ ਫੀਸ ਹੈ ਸਟੈਂਡਰਡ ਵਿਜ਼ਟਰ ਵੀਜ਼ਾ ਦੀ 6 ਮੰਥ ਦਾ ਜਿਹੜਾ ਵੀਜ਼ਾ ਹੈ ਉਹਦੀ ਵੀਜ਼ਾ ਫੀਸ ਹੈ 100 ਪਾਉਂਡ। 5 ਸਾਲ ਦਾ ਜਿਹੜਾ ਵੀਜ਼ਾ ਆ ਉਹਦੀ 670 ਪਾਉਂਡ ਅਤੇ 837 ਪਾਉਂਡ ਜਿਹੜਾ 10 ਸਾਲ ਦਾ ਵਿਜ਼ਟਰ ਵੀਜ਼ਾ ਹੈ ਮਲਟੀਪਲ ਐਂਟਰੀ। ਅਪਲਾਈ ਨਾਓ 'ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਵਿੱਚ ਆਪਣੀ ਲੈਂਗੁਏਜ ਸਿਲੈਕਟ ਕਰਾਂਗੇ, ਜਿਸ ਲੈਂਗੁਏਜ 'ਚ ਅਸੀਂ ਫੋਰਮ ਭਰਨਾ ਆ। ਕੰਟਰੀ ਸਿਲੈਕਟ ਕਰਾਂਗੇ ਆਪਣੀ ਇੰਡੀਆ। ਨੈਕਸਟ ਕਰਾਂਗੇ। ਆਈ ਹੈਵ ਆਈਡੈਂਟੀਫਾਈਡ ਦਾ ਲੋਕੇਸ਼ਨ। ਅਸੀਂ ਲੋਕੇਸ਼ਨ ਆਪਣੀ ਚੂਜ਼ ਕਰ ਚੁੱਕੇ ਹਾਂ ਇੰਡੀਆ ਸਿਲੈਕਟ ਕਰਕੇ ਨੈਕਸਟ ਕਰਾਂਗੇ। ਆਪਣੀ ਈਮੇਲ ਆਈਡੀ ਜਿਹੜੀ ਹੈ ਰਜਿਸਟਰਡ ਕਰਾਂਗੇ। ਜਿਸ ਈਮੇਲ ਆਈਡੀ ਤੋਂ ਆਪਾਂ ਅੰਬੈਸੀ ਦੇ ਨਾਲ ਕਮਿਊਨੀਕੇਟ ਕਰਨਾ ਆ। ਅਸੀਂ ਇੱਕ ਪਾਸਵਰਡ ਰੱਖਾਂਗੇ ਅਲਫਾ ਨੂਮੈਰਿਕ ਕੰਬੀਨੇਸ਼ਨ ਦਾ। ਰਿਪੀਟ ਪਾਸਵਰਡ ਕੰਟੈਕਟਿੰਗ ਬਾਏ ਈਮੇਲ। ਉਸ ਤੋਂ ਬਾਅਦ 'ਚ ਸਾਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਇਸ ਈਮੇਲ ਆਈਡੀ ਰਾਹੀਂ ਤੁਹਾਨੂੰ ਕੰਟੈਕਟ ਕਰ ਸਕਦੇ ਹਾਂ। ਇਹ ਕਿਹਦੇ ਨਾਲ ਰਿਲੇਟਡ ਜਿਹੜਾ ਈਮੇਲ ਐਡਰੈਸ ਹੈ ਤਾਂ ਤੁਸੀਂ ਆਪਣਾ ਇੱਥੇ ਐਡ ਕਰ ਸਕਦੇ ਹੋ ਵੀ ਤੁਹਾਡੇ ਨਾਲ। ਦੈਨ ਆਪਾਂ ਸੇਵ ਐਂਡ ਕੰਟੀਨਿਊ ਕਰਾਂਗੇ। ਜੇ ਤੁਹਾਡੇ ਕੋਲ ਕੋਈ ਹੋਰ ਈਮੇਲ ਐਡਰੈਸ ਹੈ ਤਾਂ ਤੁਸੀਂ ਉਸ ਨੂੰ ਐਡ ਕਰ ਸਕਦੇ ਹਾਂ। ਜੇ ਹੈ ਤਾਂ ਯੈਸ ਕਰ ਦਿਓ, ਜੇ ਨਹੀਂ ਹੈ ਤਾਂ ਤੁਸੀਂ ਨੋ ਕਰਕੇ ਸੇਵ ਐਂਡ ਕੰਟੀਨਿਊ ਕਰੋ। ਤੁਹਾਡੀ ਈਮੇਲ ਆਈਡੀ ਦੇ ਉੱਪਰ ਇੱਕ ਮੇਲ ਆਏਗੀ ਜਿੱਥੇ ਤੁਸੀਂ ਆਪਣੀ ਈਮੇਲ ਆਈਡੀ ਦੇ ਵਿੱਚ ਜਾ ਕੇ ਉਸ ਜਿਹੜੀ ਈਮੇਲ ਆਈ ਹੈ ਤੁਹਾਨੂੰ ਉਹਨੂੰ ਵੈਰੀਫਾਈ ਕਰਨਾ ਹੈ। ਨੋ ਰਿਪਲਾਈ ਉਹਦਾ ਟਾਈਟਲ ਹੋਊਗਾ ਅਤੇ ਵਿਜ਼ਟਰ ਵੀਜ਼ਾ 'ਤੇ ਤੁਸੀਂ ਕਲਿੱਕ ਕਰੋਗੇ। ਜਦੋਂ ਵਿਜ਼ਟਰ ਵੀਜ਼ਾ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਰਿਜ਼ਿਊਮ ਮਾਈ ਓਲਡ ਐਪਲੀਕੇਸ਼ਨ ਜਾਂ ਕੰਟੀਨਿਊ ਮਾਈ ਕਰੰਟ ਐਪਲੀਕੇਸ਼ਨ 'ਤੇ ਕਲਿੱਕ ਕਰ ਸਕਦੇ ਹਾਂ। ਜਦੋਂ ਰਿਜ਼ਿਊਮ 'ਤੇ ਕਰਾਂਗੇ ਤਾਂ ਤੁਸੀਂ ਜਿਹੜਾ ਪਾਸਵਰਡ ਰੱਖਿਆ ਆ ਉਸ ਪਾਸਵਰਡ ਨੂੰ ਇੱਥੇ ਫਿਲ ਕਰਨਾ ਆ ਅਤੇ ਸਾਈਨ ਇਨ ਕਰਨਾ ਹੈ। ਅਤੇ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਸਾਈਨ ਇਨ ਹੋ ਜਾਏਗੀ ਵੈਰੀਫਿਕੇਸ਼ਨ ਬਾਏ ਮੇਲ ਹੋ ਕੇ। ਉਸ ਤੋਂ ਬਾਅਦ ਵਿੱਚ ਤੁਸੀਂ ਆਪਣਾ ਟੈਲੀਫੋਨ ਨੰਬਰ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਇੱਥੇ ਫੀਡ ਕਰਨਾ। ਫॉर ਯੂਜ਼ ਵਾਈਲਸ ਇਨ ਯੂਕੇ। ਜੇ ਤੁਸੀਂ ਯੂਕੇ ਦੇ ਵਿੱਚ ਇਸ ਨੰਬਰ ਨੂੰ ਯੂਜ਼ ਕਰ ਸਕਦੇ ਆ ਤਾਂ ਯੂਕੇ ਕਰੋ। ਜੇ ਤੁਸੀਂ ਆਊਟ ਆਫ ਯੂਕੇ ਜਿੱਦਾਂ ਇੰਡੀਆ ਦੇ ਵਿੱਚ ਯੂਜ਼ ਕਰਦੇ ਆ ਤਾਂ ਉਹਨੂੰ ਸਿਲੈਕਟ ਕਰੋ। ਜੇ ਦੋਨੇ ਹੀ ਤੁਸੀਂ ਇੰਟਰਨੈਸ਼ਨਲ ਰੋਮਿੰਗ ਕਰਾਈ ਹੋਈ ਆ ਤਾਂ ਤੁਸੀਂ ਦੋਨੇ ਕਲਿੱਕ ਕਰਕੇ ਸੇਵ ਐਂਡ ਕੰਟੀਨਿਊ ਕਰ ਸਕਦੇ ਹੋ ਮੋਬਾਈਲ। ਤੁਹਾਡੇ ਕੋਲ ਹੋਰ ਕੋਈ ਟੈਲੀਫੋਨ ਨੰਬਰ ਹੈ ਤਾਂ ਯੈਸ ਕਰ ਦਿਓ। ਫਿਲ ਕਰਨਾ ਚਾਹੁੰਦੇ ਦੇਣਾ ਚਾਹੁੰਦੇ ਦੇ ਦਿਓ। ਜੇ ਅਗਰ ਨਹੀਂ ਦੇਣਾ ਚਾਹੁੰਦੇ ਤਾਂ ਨੋ ਕਰਕੇ ਕੰਟੀਨਿਊ ਕਰ ਦਿਓ। ਆਈ ਕੈਨ ਬੀ ਕੰਟੈਕਟਡ ਬਾਏ ਟੈਲੀਫੋਨ ਐਂਡ ਕਾਲ ਐਂਡ ਟੈਕਸਟ ਮੈਸੇਜ ਵੀ ਮੈਨੂੰ ਤੁਸੀਂ ਕਾਲ ਐਂਡ ਟੈਕਸਟ ਮੈਸੇਜ ਦੋਨਾਂ ਰਾਹੀਂ ਕੰਟੈਕਟ ਕਰ ਸਕਦੇ ਹਾਂ। ਨੈਕਸਟ ਕਰਨਾ। ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਨਾਮ ਭਰਨਾ ਆ। ਕੈਪੀਟਲ ਦੇ ਵਿੱਚ ਤੁਸੀਂ ਆਪਣਾ ਨਾਮ ਫਿਲ ਕਰਨਾ। ਜਿੱਦਾਂ ਮੇਰਾ ਨਾਮ ਸਿੰਗਲ ਹੈ ਤਾਂ ਮੈਂ ਰਮਨੀਤ ਸਿੰਘ ਭਰ ਰਿਹਾ। ਜੇ ਤੁਹਾਡਾ ਪਾਸਪੋਰਟ ਦੇ ਨਾਮ ਸਰਨੇਮ ਅਤੇ ਗਿਵਨ ਨੇਮ ਵੱਖਰਾ ਤੁਸੀਂ ਫਿਰ ਫੈਮਿਲੀ ਨੇਮ ਦੇ ਵਿੱਚ ਸਿੰਘ ਭਰ ਸਕਦੇ ਹਾਂ ਅਤੇ ਗਿਵਨ ਨੇਮ ਦੇ ਵਿੱਚ ਤੁਸੀਂ ਰਮਨੀਤ ਕਰ ਸਕਦੇ ਹਾਂ। ਜੇ ਤੁਹਾਡਾ ਕੋਈ ਹੋਰ ਨਾਮ ਹੈ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰਕੇ ਉਹਨੂੰ ਯੈਸ ਕਰ ਸਕਦੇ ਹਾਂ। ਜੇ ਨਹੀਂ ਹੈ ਤਾਂ ਨੋ ਕਰਕੇ ਕੰਟੀਨਿਊ ਕਰ ਦਿਓ। ਮੇਲ ਫੀਮੇਲ। ਮੇਲ ਹੋ ਤਾਂ ਮੇਲ ਕਰੋ ਸਿਲੈਕਟ, ਫੀਮੇਲ ਹੋ ਤਾਂ ਫੀਮੇਲ। ਰਿਲੇਸ਼ਨਸ਼ਿਪ ਕੀ ਹੈ ਤੁਹਾਡਾ। ਜੇ ਤੁਸੀਂ ਮੈਰਿਡ ਹੋ ਤਾਂ ਮੈਰਿਡ ਸਿਲੈਕਟ ਕਰੋਗੇ। ਆਪਣਾ ਐਡਰੈਸ ਪ੍ਰੋਪਰ ਫਿਲ ਕਰੋ। ਜੋ ਵੀ ਤੁਹਾਡਾ ਐਡਰੈਸ ਹੈ ਪਾਸਪੋਰਟ ਦੇ ਉੱਪਰ ਐਗਜ਼ੈਕਟ ਐਡਰੈਸ ਨੂੰ ਫਿਲ ਕਰੋ। ਆਪਣੀ ਸਿਟੀ ਸਿਲੈਕਟ ਕਰੋ। ਆਪਣੀ ਪ੍ਰੋਵਿੰਸ ਤੁਸੀਂ ਇੰਡੀਆ ਦੇ ਕਿਸ ਸਟੇਟ ਤੋਂ, ਪੰਜਾਬ ਤੋਂ ਤਾਂ ਪੰਜਾਬ, ਜੇ ਹਰਿਆਣਾ ਤਾਂ ਹਰਿਆਣਾ ਸਿਲੈਕਟ ਕਰੋ। ਪੋਸਟਲ ਕੋਡ ਜਿਹੜਾ ਆ ਤੁਹਾਡਾ ਤੁਸੀਂ ਉਹਨੂੰ ਟਾਈਪ ਕਰੋ। ਕੰਟਰੀ ਐਡ ਕਰੋ ਵਿੱਚ ਇੰਡੀਆ ਜਾਂ ਪਾਕਿਸਤਾਨ, ਜਿੱਥੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ। ਇਹ ਐਡਰੈਸ ਜਿਹੜਾ ਹੈ ਕੋਰਸਪੋਂਡੈਂਸ ਐਡਰੈਸ ਹੈ ਤੁਹਾਡਾ, ਮਤਲਬ ਇਸ ਐਡਰੈਸ 'ਤੇ ਤੁਹਾਡੇ ਕੋਰੀਅਰ ਜਾਂ ਚਿੱਠੀਆਂ ਵਗੈਰਾ ਹੁੰਦੀਆਂ ਨੇ। ਮਤਲਬ ਇੱਥੇ ਤੁਸੀਂ ਰਹਿੰਦੇ ਹੋ ਤਾਂ ਯੈਸ ਕਰਕੇ ਸੇਵ ਐਂਡ ਕੰਟੀਨਿਊ ਕਰਨਾ ਆ। ਇਸ ਐਡਰੈਸ ਦੇ ਉੱਪਰ ਰਹਿੰਦਿਆਂ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ,
ਕਿੰਨੇ ਮਹੀਨੇ ਹੋ ਗਏ ਨੇ ਉਹ ਤੁਸੀਂ ਕਰਨਾ ਆ। ਜਿਵੇਂ ਮੇਰੀ ਉਮਰ 37 ਸਾਲ ਆ ਜਾਂ ਤੁਹਾਡੀ 30 ਸਾਲ ਆ ਤਾਂ ਤੁਸੀਂ ਤੁਹਾਡਾ ਜਨਮ ਇੱਥੇ ਹੋਇਆ ਤਾਂ ਤੁਸੀਂ ਉੱਥੇ ਆਪਣੀ ਉਮਰ ਭਰ ਕੇ ਕਰ ਸਕਦੇ ਆ। ਜੇ ਤੁਸੀਂ ਇਸ ਘਰ ਨੂੰ ਆਪ ਖਰੀਦਿਆ ਤਾਂ ਤੁਸੀਂ ਇੱਥੇ ਆਈ ਓਨ ਇਟ 'ਤੇ ਕਲਿੱਕ ਕਰਨਾ ਆ ਅਤੇ ਅਗਲੀ ਆਪਸ਼ਨ ਕੋਈ ਨਹੀਂ ਆਏਗੀ। ਜੇ ਇਹ ਐਡਰੈਸ ਤੁਹਾਡੇ ਫਾਦਰ ਦੇ ਨਾਮ 'ਤੇ ਤਾਂ ਤੁਸੀਂ ਅਦਰ ਕਲਿੱਕ ਕਰਕੇ ਅਤੇ ਮਾਈ ਫਾਦਰ ਓਨਡ ਦਿਸ ਪ੍ਰੋਪਰਟੀ ਜਾਂ ਕੁਛ ਵੀ ਤੁਸੀਂ ਲਿਖਣਾ ਚਾਹੁੰਦੇ ਆ ਤਾਂ ਲਿਖ ਸਕਦੇ ਆ ਕਿ ਜਿਹੜੀ ਪ੍ਰੋਪਰਟੀ ਹੈ ਤੁਹਾਡੇ ਫਾਦਰ ਦੇ ਨਾਮ 'ਤੇ ਆ ਅਤੇ ਉਹਨਾਂ ਨੇ ਇਹਨੂੰ ਖਰੀਦਿਆ ਸੀਗਾ। ਤੁਸੀਂ ਉਹ ਇਹਦੇ ਵਿੱਚ ਟਾਈਪ ਕਰਕੇ ਅਤੇ ਤੁਸੀਂ ਇੱਕ ਜੁਆਇੰਟ ਫੈਮਿਲੀ 'ਚ ਰਹਿ ਰਹੇ ਆ, ਜੋ ਵੀ ਤੁਸੀਂ ਲਿਖਣਾ ਚਾਹੁੰਦੇ ਤੁਸੀਂ ਲਿਖ ਸਕਦੇ ਆ। ਅਤੇ ਇਹਨੂੰ ਭਰਨ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਸੇਵ ਐਂਡ ਕੰਟੀਨਿਊ ਕਰ ਸਕਦੇ ਆ। ਆਪਣੇ ਪਾਸਪੋਰਟ ਦੀ ਡਿਟੇਲ ਜਾਂ ਟਰੈਵਲ ਡਾਕੂਮੈਂਟ ਦੀ ਡਿਟੇਲ ਇੱਥੇ ਆਪਾਂ ਕੰਪਲੀਟ ਕਰਨੀ ਆ। ਆਪਣਾ ਪਾਸਪੋਰਟ ਨੰਬਰ, ਇਸ਼ੂਇੰਗ ਅਥੋਰਿਟੀ ਕੀ ਆ, ਕਿਸ ਕੰਟਰੀ ਤੋਂ ਤੁਹਾਡਾ ਪਾਸਪੋਰਟ ਇਸ਼ੂ ਆ ਉਹਦਾ ਤੁਸੀਂ ਇਹਦੇ ਵਿੱਚ ਵੇਰਵਾ ਦੇਣਾ ਆ। ਜੇ ਤੁਹਾਡੇ ਕੋਲ ਕੋਈ ਆਈਡੈਂਟੀ ਕਾਰਡ ਹੈ, ਜਿੱਦਾਂ ਇੰਡੀਆ ਦਾ ਆਈਡੈਂਟੀ ਕਾਰਡ ਹੈ, ਸਾਡਾ ਆਧਾਰ ਕਾਰਡ ਹੈ, ਜਿਸ ਵੀ ਕੰਟਰੀ ਤੋਂ ਤੁਸੀਂ ਬਿਲੋਂਗ ਕਰਦੇ ਤੁਹਾਡਾ ਜਿਹੜਾ ਨੈਸ਼ਨੈਲਿਟੀ ਆਈਡੈਂਟੀ ਕਾਰਡ ਆ ਉਹਦਾ ਨੰਬਰ ਤੁਸੀਂ ਇੱਥੇ ਪਾ ਸਕਦੇ ਆ। ਆਪਣਾ ਲਾਇਸੈਂਸ ਨੰਬਰ ਵੀ ਐਡ ਕਰ ਸਕਦੇ ਆ। ਜੇ ਤੁਹਾਡੇ ਆਈਡੈਂਟੀ ਕਾਰਡ 'ਤੇ ਇਸ਼ੂ ਡੇਟ ਜਾਂ ਐਕਸਪਾਇਰੀ ਡੇਟ ਲਿਖੀ ਹੋਈ ਹੈ ਤਾਂ ਤੁਸੀਂ ਭਰ ਸਕਦੇ ਆ। ਜੇ ਨਹੀਂ ਹੈ ਤਾਂ ਤੁਸੀਂ ਇਹਨੂੰ ਖਾਲੀ ਛੱਡ ਸਕਦੇ ਆ। ਕੰਟਰੀ ਆਫ ਨੈਸ਼ਨੈਲਿਟੀ, ਤੁਸੀਂ ਕਿਸ ਕੰਟਰੀ ਤੋਂ ਬਿਲੋਂਗ ਕਰਦੇ ਹੋ। ਕੰਟਰੀ ਆਫ ਬਰਥ ਕੀ ਹੈ ਤੁਹਾਡਾ ਕਿਸ ਕੰਟਰੀ ਦੇ ਵਿੱਚ ਜਨਮ ਹੋਇਆ। ਪਲੇਸ ਆਫ ਬਰਥ ਕੀ ਹੈ, ਜਿਹੜੀ ਤੁਹਾਡੀ ਪਾਸਪੋਰਟ ਦੇ ਉੱਪਰ ਪਲੇਸ ਆਫ ਬਰਥ ਲਿਖੀ ਹੋਈ ਆ ਤੁਸੀਂ ਉਸ ਜਿਹੜੀ ਡਿਟੇਲ ਆ ਉਸ ਨੂੰ ਇੱਥੇ ਮੈਂਸ਼ਨ ਕਰਨਾ ਆ। ਡੇਟ ਆਫ ਬਰਥ ਆਪਣੀ ਮੈਂਸ਼ਨ ਕਰੋਗੇ, ਜਿਸ ਡੇਟ ਦਾ ਤੁਹਾਡਾ ਡੇਟ ਆਫ ਬਰਥ ਹੈ ਤੁਸੀਂ ਉਹ ਇੱਥੇ ਡੇਟ ਆਫ ਬਰਥ ਫਿਲ ਕਰਨੀ। ਜੇ ਤੁਹਾਡੀ ਲਾਈਫ ਦੇ ਵਿੱਚ ਕੋਈ ਹੋਰ ਨੈਸ਼ਨੈਲਿਟੀ ਸੀ, ਜੇ ਯੈਸ ਆ ਤਾਂ ਯੈਸ ਕਰ ਦਿਓ, ਜੇ ਨਹੀਂ ਆ ਤਾਂ ਨੋ ਕਰ ਦਿਓ। ਅੱਗੇ ਤੁਹਾਡੀ ਡਿਟੇਲ ਆ ਜਾਂਦੀ ਹੈ, ਤੁਹਾਡੀ ਇੰਪਲੋਇਮੈਂਟ ਸਟੇਟਸ ਕੀ ਆ, ਤੁਸੀਂ ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਸਟੂਡੈਂਟ ਹੋ, ਰਿਟਾਇਰਡ ਹੋ, ਅਨਇੰਪਲੋਇਡ ਹੋ, ਜੋ ਵੀ ਹੋ ਤੁਸੀਂ ਉਹ ਫਿਲ ਕਰ ਸਕਦੇ। ਜਿੱਦਾਂ ਮੈਂ ਸੈਲਫ ਇੰਪਲੋਇਡ ਹਾਂ ਤਾਂ ਮੈਂ ਸੈਲਫ ਇੰਪਲੋਇਡ 'ਤੇ ਟਿਕ ਕਰਕੇ ਸੇਵ ਐਂਡ ਕੰਟੀਨਿਊ ਕਰੂੰਗਾ। ਜੇ ਤੁਸੀਂ ਇੰਪਲੋਈ ਹੋ ਤਾਂ ਇੰਪਲੋਈ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਆਪਣੇ ਇੰਪਲੋਇਰ ਦੀ ਡਿਟੇਲ ਫਿਲ ਕਰਨੀ ਆ। ਜੇ ਮੈਂ ਸੈਲਫ ਇੰਪਲੋਇਡ ਹਾਂ ਤਾਂ ਮੈਂ ਆਪਣੀ ਡਿਟੇਲ ਫਿਲ ਕਰਾਂਗਾ। ਵਾਟ ਇਜ਼ ਯੂਅਰ ਜੋਬ, ਤੁਸੀਂ ਆਪਣੀ ਕੰਪਨੀ ਦਾ ਨਾਮ ਲਿਖ ਸਕਦੇ ਆ, ਤੁਸੀਂ ਆਪਣੇ ਬਿਜ਼ਨਸ ਦਾ ਨਾਮ ਲਿਖ ਸਕਦੇ ਆ। ਜਿੱਦਾਂ ਆਪਣੀ ਕੰਪਨੀ ਦਾ ਨਾਮ ਹੈ ਈਜ਼ੀ ਐਂਟਰੀ ਇਮੀਗ੍ਰੇਸ਼ਨ, ਅਤੇ ਅਸੀਂ ਈਜ਼ੀ ਐਂਟਰੀ ਇਮੀਗ੍ਰੇਸ਼ਨ ਇੱਥੇ ਭਰਾਂਗੇ। ਸਪੈਲਿੰਗ ਮਿਸਟੇਕ ਜੇ ਹੋਈ ਤਾਂ ਮਾफ़ ਕਰ ਦਿਓ, ਕਿਉਂਕਿ ਜਲਦਬਾਜ਼ੀ 'ਚ ਬਣਾ ਰਿਹਾ, ਕਿਉਂਕਿ ਵੀਡੀਓ ਲੰਬੀ ਨਾ ਹੋਵੇ, ਤੁਹਾਡਾ ਇੰਟਰਸਟ ਵੀ ਬਣਿਆ ਰਹੇ। ਅਤੇ ਹਾਊ ਮੱਚ ਮਨੀ ਯੂ ਹੈਵ ਅਰਨ ਫਰੋਮ ਦਿਸ ਜੋਬ, ਤੁਸੀਂ ਆਪਣੇ ਇਸ ਬਿਜ਼ਨਸ ਤੋਂ ਕਿੰਨੀ ਮਨੀ ਜਿਹੜੀ ਅਰਨ ਕਰਦੇ ਆ ਈਅਰਲੀ। ਇਸ ਚੀਜ਼ ਨੂੰ ਤੁਸੀਂ ਚੈੱਕ ਕਰਨ ਵਾਸਤੇ ਆਪਣੀ ਜਿਹੜੀ ITR ਆ ਉਹਦੇ ਬਿਜ਼ਨਸ ਦੀ ਜਿਹੜੀ ਡਿਟੇਲ ਆ ਉਹਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ। ਜੇ ਜਿੱਦਾਂ ਫੋਰ ਐਗਜ਼ਾਮਪਲ ਤੁਹਾਡੀ 6 ਲੱਖ ਲਿਖੀ ਹੋਈ ਤਾਂ 6 ਲੱਖ ਤੁਸੀਂ ਭਰ ਕੇ ਉਹਨੂੰ ਸੇਵ ਐਂਡ ਕੰਟੀਨਿਊ ਕਰ ਦਿਓ। ਤੁਸੀਂ ITR ਦਾ ਜਿਹੜਾ ਕੰਪੀਟੀਸ਼ਨ ਚਾਰਟ ਆ ਉਹਦੇ ਵਿੱਚ ਚੈੱਕ ਕਰ ਸਕਦੇ ਹੋ ਤੁਹਾਡੀ ਬਿਜ਼ਨਸ ਇਨਕਮ ਕਿੰਨੀ ਆ। ਜੇ ਤੁਹਾਡੀ ਕੋਈ ਅਦਰ ਇਨਕਮ ਹੈ, ਜਿੱਦਾਂ ਤੁਹਾਨੂੰ ਕੋਈ ਪੈਨਸ਼ਨ ਆਉਂਦੀ ਆ ਜਾਂ ਤੁਹਾਡੀ ਇਨਵੈਸਟਮੈਂਟ ਆ ਕੋਈ, ਅਤੇ ਉਹ ਐਗਰੀਕਲਚਰ ਇਨਕਮ ਆ, ਉਹਨੂੰ ਤੁਸੀਂ ਅਦਰ ਇਨਕਮ ਸਿਲੈਕਟ ਕਰਕੇ ਤੁਸੀਂ ਐਡ ਕਰ ਸਕਦੇ ਆ। ਜੇ ਤੁਹਾਡੀ ਸੇਵਿੰਗ ਆ, ਜਿੱਦਾਂ ਨਹੀਂ ਆ ਕੋਈ ਅਦਰ ਇਨਕਮ ਤਾਂ ਤੁਸੀਂ ਸੇਵਿੰਗ ਨੂੰ ਸਿਲੈਕਟ ਕਰਕੇ ਇੱਥੇ ਜੋ ਵੀ ਤੁਹਾਡੇ ਕੋਲ ਅਵੇਲੇਬਲ ਫੰਡ ਪਏ ਨੇ, ਜਿੱਦਾਂ ਫੋਰ ਐਗਜ਼ਾਮਪਲ ਮੈਂ ਲਿਖ ਰਿਹਾ ਕਿ ਮੇਰੇ ਕੋਲ 5000 ਪਾਉਂਡ ਆ, ਮਤਲਬ 5 ਲੱਖ ਰੁਪਇਆ ਆ, ਅਤੇ ਮੈਂ 5000 ਪਾਉਂਡ ਇੱਥੇ ਭਰ ਦਿੱਤਾ ਆ ਅਤੇ ਸੇਵ ਐਂਡ ਕੰਟੀਨਿਊ ਕਰੂੰਗਾ ਇਸ ਨੂੰ ਮੈਂ। ਤੁਹਾਡੀ ਜਿਹੜੀ ਵਿਜ਼ਿਟ ਹੈ ਉਹਦਾ ਕੋਸਟ ਕਿੰਨਾ ਤੁਸੀਂ ਅਪਰੋਕਸੀਮੇਟਲੀ ਮੰਨਦੇ ਕਿ ਤੁਸੀਂ ਕਿੰਨਾ ਪੈਸਾ ਉੱਥੇ ਸਪੈਂਡ ਕਰ ਸਕਦੇ ਆ। ਜਦੋਂ UK ਜਾਣਾ ਆ ਤੁਸੀਂ ਕਿੰਨਾ ਪੈਸਾ ਤੁਹਾਡਾ ਲੱਗੇਗਾ। GBP ਸਿਲੈਕਟ ਕਰਕੇ ਇਸ ਦੇ ਵਿੱਚ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ 1,20,000 ਦੇ ਆਸ-ਪਾਸ ਆਏਗਾ ਤਾਂ 1200 ਪਾਉਂਡ। ਜੇ ਤੁਹਾਨੂੰ ਲੱਗ ਰਿਹਾ ਕਿ 1500, ਅਸੀਂ ਨੋਰਮਲੀ 1200 ਤੋਂ 1500 ਜਿਹੜੀ ਇੱਕ ਐਵਰੇਜ ਇਨਕਮ ਰੱਖੀ ਹੋਈ ਆ, ਸਪੈਂਡ ਕਰਨ ਵਾਲੀ ਮਨੀ ਰੱਖੀ ਹੋਈ ਆ, 1500 ਸਿਲੈਕਟ ਕਰਕੇ ਆਪਾਂ ਸੇਵ ਐਂਡ ਕੰਟੀਨਿਊ ਕੀਤਾ। ਤੁਹਾਡੀ ਟੋਟਲ ਅਮਾਊਂਟ ਜਿਹੜੀ ਮਨੀ ਆ ਉਹ ਹਰ ਮਹੀਨੇ ਤੁਸੀਂ ਕਿੰਨਾ ਖਰਚਾ ਕਰਦੇ ਹੋ। 6 ਮਹੀਨੇ ਦੀ ਤੁਸੀਂ ਸਟੇਟਮੈਂਟ ਦੇ ਵਿੱਚ ਚੈੱਕ ਕਰੋਗੇ, ਤੁਹਾਡਾ ਅਗਰ 10,000 ਮਹੀਨੇ ਦਾ ਖਰਚਾ ਹੋ ਰਿਹਾ, 10,000 ਜੇ ਤੁਹਾਡਾ 15,000 ਮਹੀਨੇ ਦਾ ਖਰਚਾ ਹੋ ਰਿਹਾ ਤਾਂ ਤੁਸੀਂ ਇੱਥੇ 15,000 ਰੁਪਇਆ ਜਿਹੜਾ ਪਰ ਮੰਥ ਆਪਣਾ ਪਰਸਨਲ ਐਕਸਪੈਂਸਿਸ ਜਿਹੜੇ ਸ਼ੋਅ ਕਰ ਸਕਦੇ ਆ। ਤੁਹਾਡਾ ਇਸ ਟੂਰ ਦੇ ਵਿੱਚ ਕੋਈ ਹੈਲਪ ਕਰ ਰਿਹਾ ਤੁਹਾਡੇ ਤੋਂ ਇਲਾਵਾ, ਤੁਹਾਨੂੰ ਕੋਈ ਸਪੋਂਸਰ ਕਰ ਰਿਹਾ, ਤੁਹਾਡਾ ਪੇ ਕਰ ਰਿਹਾ ਕੋਈ। ਜੇ ਤੁਹਾਡੇ ਫਾਦਰ ਪੇਰੈਂਟਸ ਕਰ ਰਹੇ ਆ ਤਾਂ ਯੈਸ ਕਰਕੇ ਉਹਨਾਂ ਦੀ ਡਿਟੇਲ ਭਰੋਗੇ। ਜੇ ਨਹੀਂ ਕਰ ਰਿਹਾ ਤਾਂ ਨੋ ਕਰਕੇ ਆਪਾਂ ਸੇਵ ਐਂਡ ਕੰਟੀਨਿਊ ਕਰਾਂਗੇ। ਜਿਵੇਂ ਕਿ ਜੇ ਆਪਾਂ ਨੂੰ ਮੇਰੇ ਫਾਦਰ ਸਾਹਿਬ ਸਪੋਂਸਰ ਕਰ ਰਹੇ ਤਾਂ ਯੈਸ ਕਰਕੇ ਕੰਟੀਨਿਊ ਕਰਾਂਗਾ, ਤਾਂ ਉਹਨਾਂ ਦੀ ਡਿਟੇਲ ਮੈਨੂੰ ਇੱਥੇ ਫਿਲ ਕਰਨੀ ਪਏਗੀ, ਕੌਣ ਕਰ ਰਿਹਾ ਆ।
ਮੇਰਾ ਜੇ ਕੋਈ ਕੰਪਨੀ ਦਾ ਇੰਪਲੋਇਰ ਕਰ ਰਿਹਾ ਮੇਰਾ ਮਾਲਕ ਕੰਪਨੀ ਦਾ, ਤਾਂ ਉਹਦੀ ਡਿਟੇਲ ਆਏਗੀ। ਜੇ ਮੇਰੇ ਪੇਰੈਂਟਸ ਕਰ ਰਹੇ ਆ ਤਾਂ ਮੇਰੇ ਪੇਰੈਂਟਸ ਦੀ ਡਿਟੇਲ ਅਤੇ ਉਹਨਾਂ ਦੀ ਡਿਟੇਲ ਆਏਗੀ, ਉਹ ਕਿੰਨਾ ਪੈਸਾ ਪੇ ਕਰ ਰਹੇ ਆ। ਫੋਰ ਐਗਜ਼ਾਮਪਲ ਉਹ 1000 ਪੇ ਕਰ ਰਹੇ ਆ ਅਤੇ ਤੁਸੀਂ ਉਹਨਾਂ ਦਾ 1000 ਇੱਥੇ ਪਾਉਂਡ ਪੇ ਕਰ ਸਕਦੇ, ਲਿਖ ਕੇ ਸੇਵ ਐਂਡ ਕੰਟੀਨਿਊ ਕਰ ਸਕਦੇ ਹਾਂ। ਤਾਂ ਅਸੀਂ ਸੈਲਫ ਜਿਹੜਾ ਆ ਸਾਰਾ ਪੇ ਕਰ ਰਹੇ ਹਾਂ, ਤਾਂ ਨੋ ਕਰਕੇ ਅਤੇ ਇਹਨੂੰ ਕੰਟੀਨਿਊ ਕਰਾਂਗੇ। ਤੁਹਾਡੇ UK ਜਾਣ ਦੀ ਜਿਹੜੀ ਟਰੈਵਲ ਡੇਟ ਆ ਉਹ ਕਿਹੜੀ ਆ, ਉਸ ਨੂੰ ਆਪਾਂ ਇੱਥੇ ਮੈਂਸ਼ਨ ਕਰਾਂਗੇ। ਜਿੱਦਾਂ ਆਪਾਂ ਰੈਂਡਮ ਇੱਕ ਡੇਟ ਲੈ ਲੈਂਦੇ ਹਾਂ ਕਿ ਆਪਾਂ 23 ਦਸੰਬਰ ਨੂੰ ਕ੍ਰਿਸਮਸ 'ਤੇ ਜਾ ਰਹੇ ਹਾਂ ਅਤੇ 2023, ਅਤੇ ਜੇ ਆਪਣੀ ਵਾਪਸੀ ਦੀ ਡੇਟ 1 ਜਨਵਰੀ 2024 ਹੈ ਤਾਂ ਆਪਾਂ 1 ਜਨਵਰੀ 2024 ਇੱਥੇ ਫਿਲ ਕਰਕੇ ਸੇਵ ਐਂਡ ਕੰਟੀਨਿਊ ਕਰਾਂਗੇ। ਕਿਹੜੀ ਲੈਂਗੁਏਜ ਜਿਹੜੀ ਤੁਸੀਂ ਈਜ਼ੀਲੀ ਬੋਲ ਸਕਦੇ ਆ, ਜੇ ਇੰਗਲਿਸ਼ ਹੈ ਤਾਂ ਇੰਗਲਿਸ਼, ਜੇ ਅਦਰ ਆ ਕੋਈ, ਜੇ ਪੰਜਾਬੀ ਹਿੰਦੀ ਤੁਸੀਂ ਐਡ ਕਰਨਾ ਚਾਹੁੰਦੇ ਆ ਤਾਂ ਇੱਥੇ ਐਡ ਕਰ ਸਕਦੇ ਆ। ਇਹ ਫੋਰ ਇੰਟਰਵਿਊ ਵੀ ਤੁਹਾਡੀ ਹੈਲਪ ਕਰਦੀ ਆ ਅਤੇ ਵੀਜ਼ਾ ਅਫਸਰ ਨੂੰ ਵੀ ਥੋੜ੍ਹਾ ਆਸਾਨੀ ਹੋ ਜਾਂਦੀ ਆ ਵੀ ਇਹ ਪਰਸਨ ਜਿਹੜਾ ਇੰਗਲਿਸ਼ 'ਚ ਗੱਲਬਾਤ ਕਰ ਸਕਦਾ ਆ। ਕਿਸ ਪਰਪਸ ਦੇ ਨਾਲ ਤੁਸੀਂ UK ਵਿਜ਼ਿਟ ਕਰਨ ਜਾ ਰਹੇ ਹੋ? ਟੂਰਿਜ਼ਮ ਵਾਸਤੇ ਜਾ ਰਹੇ ਹੋ, ਟੂਰਿਜ਼ਮ। ਜੇ ਤੁਸੀਂ ਪ੍ਰਾਈਵੇਟ ਮੈਡੀਕਲ ਟਰੀਟਮੈਂਟ ਵਾਸਤੇ ਜਾ ਰਹੇ ਹੋ, ਮੈਡੀਕਲ। ਜੇ ਅਦਰ ਕੋਈ ਤੁਹਾਡਾ ਹੈਗਾ ਆ ਰੀਜ਼ਨ ਤਾਂ ਤੁਸੀਂ ਉਹ ਕਰ ਸਕਦੇ ਆ। ਪਰਪਸ ਟੂਰਿਜ਼ਮ ਪਰਪਸ ਲਈ ਜਾ ਰਹੇ ਹਾਂ ਤਾਂ ਟੂਰਿਜ਼ਮ ਪਰਪਸ ਕਲਿੱਕ ਕਰਕੇ ਆਪਾਂ ਸੇਵ ਐਂਡ ਕੰਟੀਨਿਊ ਕਰਾਂਗੇ। ਟੂਰਿਸਟ ਵੀਜ਼ੇ ਲਈ ਜਾ ਰਹੇ ਹਾਂ ਤਾਂ ਟੂਰਿਸਟ ਵੀਜ਼ਾ, ਜੇ ਆਪਾਂ ਕਿਸੇ ਰਿਲੇਟਿਵ ਨੂੰ ਵਿਜ਼ਿਟ ਕਰਨ ਜਾ ਰਹੇ ਹਾਂ ਤਾਂ ਵਿਜ਼ਿਟਿੰਗ ਫਰੈਂਡ ਜਾ ਰਹੇ ਹਾਂ ਤਾਂ ਵਿਜ਼ਿਟਿੰਗ ਫਰੈਂਡ ਕਲਿੱਕ ਕਰਕੇ ਸੇਵ ਐਂਡ ਕੰਟੀਨਿਊ ਕਰਾਂਗੇ। ਐਕਟੀਵਿਟੀਜ਼ ਵਾਲੇ ਕਾਲਮ ਦੇ ਵਿੱਚ ਜੋ ਵੀ ਤੁਸੀਂ ਉੱਥੇ ਐਕਸਪਲੋਰ ਕਰਨਾ ਆ UK ਦੇ ਵਿੱਚ, ਲੰਡਨ ਦੇ ਵਿੱਚ, ਉਹਦਾ ਸਾਰੀ ਡਿਟੇਲ ਇਹਦੇ ਵਿੱਚ ਫਿਲ ਕਰਕੇ ਤੁਸੀਂ ਅਤੇ ਸੇਵ ਐਂਡ ਕੰਟੀਨਿਊ ਕਰ ਸਕਦੇ ਹੋ। ਕਰੰਟ ਪਾਰਟਨਰ, ਤੁਹਾਡੇ ਵਾਈਫ ਦਾ ਨਾਮ, ਜੇ ਤੁਸੀਂ ਮੈਰਿਡ ਆ ਤਾਂ ਜਿੱਦਾਂ ਮੈਂ ਮੈਰਿਡ ਸਿਲੈਕਟ ਕੀਤਾ ਹੈ ਤਾਂ ਕਰਕੇ ਇਹ ਆਪਸ਼ਨ ਆਈ ਹੈ। ਜੇ ਮੈਂ ਮੈਰਿਡ ਸਿਲੈਕਟ ਨਾ ਕਰਦਾ ਸਿੰਗਲ, ਤਾਂ ਇਹ ਵਾਲਾ ਪੇਜ ਨਹੀਂ ਸੀ ਓਪਨ ਹੋਣਾ। ਆਪਣੀ ਵਾਈਫ ਦਾ ਨਾਮ ਫਿਲ ਕਰੋ, ਉਹਨਾਂ ਦੀ ਡੇਟ ਆਫ ਬਰਥ, ਉਹਨਾਂ ਦੀ ਕਰੰਟ ਨੈਸ਼ਨੈਲਿਟੀ। ਤੁਹਾਡੇ ਨਾਲ ਰਹਿ ਰਹੇ ਨੇ ਤਾਂ ਯੈਸ ਕਲਿੱਕ ਕਰਨਾ ਆ। ਤੁਹਾਡੇ ਨਾਲ ਟਰੈਵਲ ਕਰ ਰਹੇ ਆ ਜਾਂ ਨਹੀਂ ਕਰ ਰਹੇ, ਜੇ ਕਰ ਰਹੇ ਆ ਤਾਂ ਯੈਸ ਕਲਿੱਕ ਕਰੋਗੇ, ਜੇ ਨਹੀਂ ਕਰ ਰਹੇ ਤਾਂ ਤੁਸੀਂ ਨੋ ਕਲਿੱਕ ਕਰ ਸਕਦੇ ਹੋ। ਇੱਥੇ ਤੁਹਾਡੇ 'ਤੇ ਕੋਈ ਰਿਲਾਇਬਲ ਹੈ ਫਾਈਨੈਂਸ਼ੀਅਲ ਸਪੋਰਟ, ਤੁਸੀਂ ਕਿਸੇ ਨੂੰ ਕਰ ਰਹੇ ਹੋ ਇੰਡੀਆ ਦੇ ਵਿੱਚ ਜਦੋਂ ਤੁਸੀਂ UK ਟਰੈਵਲ ਕਰਨ ਜਾ ਰਹੇ ਹੋ, ਯੈਸ ਕਰਨਾ ਹੈ। ਜੇ ਤੁਹਾਡੇ ਪਿੱਛੇ ਪੇਰੈਂਟਸ ਨੇ, ਤੁਹਾਡੇ ਬੱਚੇ ਨੇ, ਤਾਂ ਤੁਸੀਂ ਯੈਸ ਕਰਕੇ ਉਹਨਾਂ ਦੀ ਡਿਟੇਲ ਫਿਲ ਕਰਨੀ ਹੈ। ਜੇ ਤੁਹਾਡੇ 'ਤੇ ਡਿਪੈਂਡੈਂਟ ਕੋਈ ਨਹੀਂ ਆ ਤਾਂ ਤੁਸੀਂ ਨੋ ਕਰ ਸਕਦੇ, ਬਟ ਯੈਸ ਕਰਨ ਨਾਲ ਤੁਹਾਡੇ ਵੀਜ਼ੇ ਦੇ ਚਾਂਸਿਸ ਜਿਹੜੇ ਨੇ ਉਹ ਵੱਧ ਸਕਦੇ ਨੇ। ਜਿੱਦਾਂ ਮੇਰੀ ਫੈਮਿਲੀ ਦੇ ਵਿੱਚ ਮੇਰੇ ਪੇਰੈਂਟਸ ਨੇ ਅਤੇ ਮੇਰੇ ਬੱਚੇ ਨੇ, ਜਿਵੇਂ ਕਿ ਮੇਰਾ ਸਨ ਅਰਨਵਰੀਤ ਸਿੰਘ, ਮੈਂ ਉਹਦੀ ਡਿਟੇਲ ਇੱਥੇ ਫਿਲ ਕਰ ਰਿਹਾ, ਉਹਦਾ ਡੇਟ ਆਫ ਬਰਥ, ਅਤੇ ਉਹ ਮੇਰੇ ਨਾਲ ਰਹਿ ਰਿਹਾ ਇੰਡੀਆ, ਅਤੇ ਯੈਸ ਕਰਾਂਗਾ। ਮੇਰੇ ਨਾਲ ਨਹੀਂ ਜਾ ਰਿਹਾ ਅਤੇ ਮੈਂ ਇੱਥੇ ਨੋ ਕਲਿੱਕ ਕਰਾਂਗਾ, ਸੇਵ ਐਂਡ ਕੰਟੀਨਿਊ ਕਰਾਂਗਾ। ਕੀ ਤੁਹਾਡੇ 'ਤੇ ਹੋਰ ਵੀ ਕੋਈ ਇੱਥੇ ਡਿਪੈਂਡੈਂਟ ਹੈ, ਜਿੱਦਾਂ ਬੇਟੀ ਦਾ ਜਾਂ ਹੋਰ ਦੂਸਰੇ ਬੇਟੇ ਦਾ, ਤੁਸੀਂ ਇੱਥੇ ਫਿਲ ਕਰਕੇ ਯੈਸ ਕਰਕੇ ਫਿਲ ਕਰਕੇ ਇਹਨੂੰ ਸੇਵ ਐਂਡ ਕੰਟੀਨਿਊ ਕਰ ਸਕਦੇ ਆ। ਮੈਂ ਨਹੀਂ ਕਰ ਰਿਹਾ ਕਿਉਂਕਿ ਵੀਡੀਓ ਲੰਬੀ ਹੋ ਜਾਏਗੀ। ਉਸ ਤੋਂ ਬਾਅਦ ਵਿੱਚ ਆਪਣੀ ਆ ਜਾਂਦੀ ਹੈ ਪੇਰੈਂਟਸ ਦੀ ਡਿਟੇਲ, ਮਦਰ ਐਂਡ ਫਾਦਰ। ਮਦਰ ਦੇ ਉੱਪਰ ਆਪਾਂ ਕਲਿੱਕ ਕਰਕੇ ਉਹਨਾਂ ਦਾ ਮਦਰ ਦਾ ਨਾਮ, ਫੈਮਿਲੀ ਨੇਮ, ਗਿਵਨ ਨੇਮ ਅਤੇ ਮਦਰ ਦੀ ਡੇਟ ਆਫ ਬਰਥ। ਉਹ ਤੁਹਾਡੇ ਨਾਲ ਟਰੈਵਲ ਕਰ ਰਹੇ ਆ। ਜੇ ਤੁਹਾਡੇ ਕੋਲ ਡਿਟੇਲ ਨਹੀਂ ਹੈ ਤੁਹਾਡੇ ਪੇਰੈਂਟਸ ਦੀ, ਤਾਂ ਤੁਸੀਂ ਇੱਥੇ ਨੋ ਕਲਿੱਕ ਕਰਕੇ ਆਈ ਡੂ ਨਾਟ ਹੈਵ ਮਾਈ ਪੇਰੈਂਟਸ ਡਿਟੇਲ 'ਤੇ ਕਲਿੱਕ ਕਰ ਸਕਦੇ ਹਾਂ। ਡਿਟੇਲ ਹੈ ਤਾਂ ਤੁਸੀਂ ਆਪਣੀ ਮਦਰ ਦਾ ਨਾਮ, ਉਹਨਾਂ ਦਾ ਫੈਮਿਲੀ ਨੇਮ, ਜੇ ਨਹੀਂ ਤਾਂ 2 ਵਾਰੀ ਨਾਮ ਭਰੋਗੇ, ਉਹਨਾਂ ਦੀ ਡੇਟ ਆਫ ਬਰਥ, ਕੰਟਰੀ ਆਫ ਨੈਸ਼ਨੈਲਿਟੀ ਇੰਡੀਆ, ਉਹਨਾਂ ਦੇ ਕੋਲ ਸੇਮ ਇਹੀ ਨੈਸ਼ਨੈਲਿਟੀ ਜਾਂ ਉਹਨਾਂ ਕੋਲ ਪਹਿਲਾਂ ਕੋਈ ਹੋਰ ਨੈਸ਼ਨੈਲਿਟੀ ਸੀ। ਸੇਮ ਨੈਸ਼ਨੈਲਿਟੀ 'ਤੇ ਯੈਸ ਕਰਕੇ ਕੰਟੀਨਿਊ ਕਰਾਂਗੇ। ਸੇਮ ਇੱਦਾਂ ਹੀ ਤੁਸੀਂ ਆਪਣੇ ਫਾਦਰ ਦੀ ਡਿਟੇਲ ਇੱਥੇ ਫਿਲ ਕਰ ਸਕਦੇ ਹੋ। ਫਾਦਰ ਦਾ ਵੀ ਗਿਵਨ ਨੇਮ, ਫੈਮਿਲੀ ਨੇਮ, ਉਹਨਾਂ ਦੀ ਡੇਟ ਆਫ ਬਰਥ, ਉਹਨਾਂ ਦੀ ਕਰੰਟ ਨੈਸ਼ਨੈਲਿਟੀ, ਯੈਸ ਕਰਕੇ ਕੰਟੀਨਿਊ ਕਰਾਂਗੇ। ਤੁਹਾਡਾ ਕੋਈ ਫੈਮਿਲੀ ਮੈਂਬਰ UK ਰਹਿੰਦਾ ਹੈ, ਜੇ ਰਹਿੰਦਾ ਤਾਂ ਯੈਸ ਕਰਕੇ ਉਹਨਾਂ ਦੀ ਡਿਟੇਲ ਭਰੋ, ਜੇ ਨਹੀਂ ਹੈ ਤਾਂ ਨੋ, ਕਿਉਂਕਿ ਅਸੀਂ ਹੋਟਲ ਬੁਕਿੰਗ 'ਤੇ ਜਾ ਰਹੇ ਹਾਂ।
ਤੁਸੀਂ ਇੱਕ ਗਰੁੱਪ ਦੇ ਵਿੱਚ ਜਾ ਰਹੇ ਹੋ ਤਾਂ ਯੈਸ ਕਰਾਂਗੇ, ਜੇ ਨਹੀਂ ਜਾ ਰਹੇ ਤਾਂ ਨੋ। ਜੇ ਇਕੱਲੇ ਜਾ ਰਹੇ ਹੋ ਜਾਂ ਫੈਮਿਲੀ 'ਚ ਜਾ ਰਹੇ ਹੋ ਤਾਂ ਨੋ ਕਰਾਂਗੇ ਆਪਾਂ। ਤੁਸੀਂ ਕਿਸੇ ਹੋਰ ਪਰਸਨ ਦੇ ਨਾਲ ਟਰੈਵਲ ਕਰ ਰਹੇ ਹੋ ਤਾਂ ਤੁਸੀਂ ਯੈਸ ਕਰਕੇ ਉਹਨਾਂ ਦੀ ਡਿਟੇਲ ਇੱਥੇ ਫਿਲ ਕਰ ਰਹੇ ਹੋ। ਜਿੱਦਾਂ ਕਿ ਤੁਸੀਂ ਆਪਣੇ ਕਿਸੇ ਫਰੈਂਡ ਨਾਲ ਜਾਂ ਫੈਮਿਲੀ ਮੈਂਬਰ ਦੇ ਨਾਲ ਟਰੈਵਲ ਕਰ ਰਹੇ ਹੋ ਤਾਂ ਯੈਸ, ਅਦਰਵਾਈਜ਼ ਨੋ ਕਲਿੱਕ ਕਰਕੇ ਸੇਵ ਐਂਡ ਕੰਟੀਨਿਊ। ਅਕੋਮੋਡੇਸ਼ਨ ਇਨ ਯੂਕੇ, ਤੁਹਾਡੇ ਕੋਲ ਕੋਈ ਉੱਥੇ ਐਡਰੈਸ ਹੈ। ਜੇ ਤੁਸੀਂ ਵਿਜ਼ਿਟਿੰਗ ਫੈਮਿਲੀ ਸਿਲੈਕਟ ਕੀਤਾ ਤਾਂ ਉਹਨਾਂ ਦਾ ਪ੍ਰੋਪਰ ਐਡਰੈਸ ਫਿਲ ਕਰਨਾ ਹੈ। ਜੇ ਤੁਸੀਂ ਹੋਟਲ ਕੀਤਾ ਹੈ ਸਿਲੈਕਟ ਤਾਂ ਤੁਸੀਂ ਹੋਟਲ ਦੀ ਡਿਟੇਲ ਇੱਥੇ ਫਿਲ ਕਰਨੀ ਆ। ਤੁਸੀਂ ਕਿਸ ਹੋਟਲ ਦੇ ਵਿੱਚ ਉੱਥੇ ਰੁਕ ਰਹੇ ਹੋ, ਉਹਦਾ ਐਡਰੈਸ ਕੀ ਆ, ਉਹਦਾ ਜਿਹੜਾ ਕਿਹੜੀ ਸਿਟੀ ਕਿਹੜੀ ਆ, ਉਹਦਾ ਪੋਸਟ ਕੋਡ ਕੀ ਆ, ਪਿੰਨ ਕੋਡ, ਕਿੰਨੀ ਤਰੀਕ ਨੂੰ ਤੁਸੀਂ ਚੈੱਕ ਇਨ ਕਰਨਾ ਹੈ, ਅਰਾਈਵ ਕਰਨਾ ਹੈ, ਅਤੇ ਕਿੰਨੀ ਤਰੀਕ ਨੂੰ ਤੁਸੀਂ ਉੱਥੋਂ ਚੈੱਕਆਊਟ ਕਰਨਾ ਆ। ਵਿਲ ਯੂ ਬੀ ਸਟੇਇੰਗ ਐਨੀਵੇਅਰ ਐਲਸ, ਜੇ ਤੁਸੀਂ ਇਸ ਹੋਟਲ ਤੋਂ ਇਲਾਵਾ ਕਿਸੇ ਹੋਰ ਹੋਟਲ 'ਚ ਰਹਿ ਰਹੇ ਆ ਤਾਂ ਯੈਸ ਕਰਕੇ ਕੰਟੀਨਿਊ ਅਤੇ ਫਿਰ ਉਸ ਹੋਟਲ ਦੀ ਡਿਟੇਲ। ਜੇ ਨਹੀਂ ਤਾਂ ਨੋ ਕਰਕੇ ਆਪਾਂ ਸੇਵ ਐਂਡ ਕੰਟੀਨਿਊ ਕਰਾਂਗੇ। ਕੀ ਤੁਸੀਂ ਯੂਕੇ ਦੇ ਵਿੱਚ ਪਿਛਲੇ 10 ਸਾਲ ਦੇ ਵਿੱਚ ਕਦੀ ਗਏ ਹੋ? ਜੇ ਗਏ ਹੋ ਤਾਂ ਕਿੰਨੀ ਵਾਰ ਗਏ ਹੋ, ਉਹ ਭਰ ਕੇ ਤੁਸੀਂ ਫਿਲ ਕਰੋਗੇ। ਜੇ ਨਹੀਂ ਗਏ ਤਾਂ ਨੋ ਕਰਕੇ ਸੇਵ ਐਂਡ ਕੰਟੀਨਿਊ। ਤੁਸੀਂ ਇਹਨਾਂ ਕੰਟਰੀਆਂ ਦੇ ਵਿੱਚ ਜਾਂ ਕੰਟਰੀਜ਼ ਦੇ ਵਿੱਚ ਕਿੰਨੀ ਵਾਰ ਟਰੈਵਲ ਕੀਤਾ? ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, US, ਸਵਿਟਜ਼ਰਲੈਂਡ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਕਿੰਨੀ ਵਾਰ? 1 ਵਾਰ, 2 ਵਾਰ ਜਾਂ ਨਹੀਂ, ਜਾਂ 2 ਤੋਂ 5 ਜਾਂ 6 ਵਾਰ ਜਾਂ 6 ਤੋਂ ਜ਼ਿਆਦਾ ਵਾਰੀ ਟਰੈਵਲ ਕੀਤਾ ਤਾਂ ਤੁਸੀਂ ਉਹ ਸਿਲੈਕਟ ਕਰਕੇ ਸੇਵ ਐਂਡ ਕੰਟੀਨਿਊ ਕਰੋਗੇ। ਜਿੱਦਾਂ ਅਸੀਂ 1 ਵਾਰੀ ਸਿਲੈਕਟ ਕੀਤਾ ਕਿਸ ਕੰਟਰੀ ਦੇ ਵਿੱਚ ਗਏ ਆ। ਜੇ ਤੁਸੀਂ ਕੈਨੇਡਾ ਗਏ ਤਾਂ ਕੈਨੇਡਾ ਸਿਲੈਕਟ ਕਰ ਸਕਦੇ ਆ। ਜੇ ਤੁਸੀਂ ਯੂਰਪੀਅਨ ਕੰਟਰੀ ਦੇ ਵਿੱਚ ਗਏ ਆ ਤਾਂ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਟਰੈਵਲ ਕੀਤਾ ਹੈ। ਜਿੱਦਾਂ ਅਸੀਂ ਫਰਾਂਸ ਸਿਲੈਕਟ ਕੀਤਾ, ਟੂਰਿਜ਼ਮ ਵਾਸਤੇ ਗਏ ਸੀਗੇ, ਕਿਹੜੀ ਡੇਟ ਨੂੰ ਗਏ ਸੀ, ਮਹੀਨਾ ਕਿਹੜਾ ਸੀਗਾ ਔਰ ਸਾਲ ਕਿਹੜਾ ਸੀਗਾ, ਉਹ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਆ। ਕਿੰਨੇ ਦਿਨ ਵਾਸਤੇ ਤੁਸੀਂ ਉੱਥੇ ਰੁਕੇ, ਜਿਵੇਂ 7 ਦਿਨ, ਅਤੇ ਸੇਵ ਐਂਡ ਕੰਟੀਨਿਊ ਕਰ ਦੇਣਾ ਹੈ ਆਪਾਂ। ਕੀ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਕਿਸੇ ਹੋਰ ਕੰਟਰੀ ਦੇ ਵਿੱਚ ਟਰੈਵਲ ਕੀਤਾ ਆ? US, ਕੈਨੇਡਾ ਜਾਂ ਆਪਣੀਆਂ ਪਹਿਲੀਆਂ ਜਿਹੜੀਆਂ ਕੰਟਰੀਆਂ ਆਪਾਂ ਡਿਸਕਸ ਕੀਤੀਆਂ ਉਹਨਾਂ ਤੋਂ ਇਲਾਵਾ। ਜੇ ਕੀਤਾ ਹੈ ਤਾਂ ਯੈਸ ਕਰਨਾ ਹੈ, ਜੇ ਨਹੀਂ ਕੀਤਾ ਤਾਂ ਨੋ ਕਰਕੇ ਆਪਾਂ ਸੇਵ ਐਂਡ ਕੰਟੀਨਿਊ ਕਰ ਦੇਣਾ ਆ। ਜੇ ਯੈਸ ਕੀਤਾ, ਕਿਸ ਕੰਟਰੀ ਦੇ ਵਿੱਚ ਤੁਸੀਂ ਵਿਜ਼ਿਟ ਕੀਤਾ ਹੈ। ਸਪੋਜ਼ ਮੈਂ ਥਾਈਲੈਂਡ ਗਿਆ ਤਾਂ ਮੈਂ ਥਾਈਲੈਂਡ ਕਲਿੱਕ ਕਰਕੇ ਟੂਰਿਜ਼ਮ ਪਰਪਸ ਕਲਿੱਕ ਕਰਕੇ ਉਹਦੀਆਂ ਜਿਹੜੀਆਂ ਆਪਣੀਆਂ ਟਰੈਵਲ ਡੇਟਸ ਨੇ, ਕਿੰਨੀ ਤਰੀਕ ਨੂੰ ਮੈਂ ਉੱਥੇ ਐਂਟਰ ਹੋਇਆ, ਕਿੰਨੀ ਤਰੀਕ ਨੂੰ ਮੈਂ ਉੱਥੋਂ ਆਊਟ ਹੋਇਆ, ਉਹ ਸਾਰੀ ਡਿਟੇਲ ਫਿਲ ਕਰਕੇ ਸੇਵ ਐਂਡ ਕੰਟੀਨਿਊ ਕਰਕੇ ਇਸੇ ਤਰੀਕੇ ਨਾਲ ਮੈਂ ਜੇ ਹੋਰ ਜ਼ਿਆਦਾ ਕੰਟਰੀਆਂ ਮੈਂ ਵਿੱਚ ਐਡ ਕਰਨੀਆਂ ਤਾਂ ਮੈਂ ਇੱਥੇ ਯੈਸ ਕਰਕੇ ਸੇਵ ਐਂਡ ਕੰਟੀਨਿਊ ਕਰਕੇ ਤਾਂ ਆਪਣੀ ਡਿਟੇਲ ਜਿਹੜੀ ਆ ਉਹ ਫਿਲ ਕਰੀ ਜਾਊਂਗਾ ਹਰੇਕ ਕੰਟਰੀ ਦੀ। ਜੇ ਮੈਂ ਇੱਕ ਕੰਟਰੀ ਇਸ ਕਰਕੇ ਕਰ ਰਿਹਾ ਆਪਣਾ ਟਾਈਮ ਬਚਾਉਣ ਵਾਸਤੇ, ਸੇਵ ਐਂਡ ਕੰਟੀਨਿਊ ਕਰਾਂਗਾ। ਤੁਸੀਂ ਜ਼ਿਆਦੀਆਂ ਕੰਟਰੀਆਂ ਇੱਥੇ ਆਪਣੀਆਂ ਜਿਹੜੀਆਂ ਉਹ ਦੱਸ ਸਕਦੇ ਹੋ ਇੱਕ ਵੀਜ਼ਾ ਆਫਿਸਰ ਨੂੰ ਕਿ ਮੈਂ ਇਸ ਕੰਟਰੀ ਨੂੰ ਇਸ ਡੇਟ ਨੂੰ ਐਂਟਰ ਹੋਇਆ ਸੀ ਇਸ ਕੰਟਰੀ ਨੂੰ। ਜੇ ਤੁਸੀਂ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਤਾਂ ਉਹਦੀ ਡਿਟੇਲ ਦਿਓ। ਜੇ ਤੁਸੀਂ ਕੈਨੇਡਾ ਤੋਂ ਰਿਫਿਊਜ਼ ਆ ਤਾਂ ਯੈਸ ਕਰਕੇ ਉਹਦੀ ਡਿਟੇਲ ਦਿਓ ਕਿ ਕਿਉਂ ਰਿਫਿਊਜ਼ ਆ, ਕਿੰਨੀ ਤਰੀਕ ਨੂੰ ਤੁਸੀਂ ਰਿਫਿਊਜ਼ ਹੋਏ। ਜੇ ਆਪਾਂ ਯੈਸ ਕਰਕੇ ਕੰਟੀਨਿਊ ਕਰਦੇ ਹਾਂ ਤਾਂ ਸਾਨੂੰ ਦੱਸਣਾ ਪਏਗਾ ਵੀ ਜਿਹੜੀ ਸਾਡੀ ਐਪਲੀਕੇਸ਼ਨ ਆ ਉਹ ਕਿਉਂ ਰਿਫਿਊਜ਼ ਹੋਈ ਆ, ਜਾਂ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਤੁਹਾਨੂੰ ਡਿਪੋਰਟ ਕੀਤਾ ਗਿਆ ਆ ਜਾਂ ਤੁਹਾਨੂੰ ਉੱਥੋਂ ਕੱਢਿਆ ਗਿਆ। ਤੁਸੀਂ ਉਸ ਜਿਹੜਾ ਰੀਜ਼ਨ ਆ ਉਹਨੂੰ ਸਿਲੈਕਟ ਕਰਕੇ ਅਤੇ ਕੰਟਰੀ ਦਾ ਨਾਮ ਲਿਖਣਾ ਆ, ਕੰਟਰੀ ਦਾ ਕਿਸ ਮਹੀਨੇ ਦੇ ਵਿੱਚ ਤੁਹਾਨੂੰ ਉੱਥੋਂ ਰਿਫਿਊਜ਼ ਕੀਤਾ ਗਿਆ, ਕਿਹੜੇ ਸਾਲ ਰਿਫਿਊਜ਼ ਕੀਤਾ ਗਿਆ ਅਤੇ ਕਿਉਂ ਰਿਫਿਊਜ਼ ਕੀਤਾ ਗਿਆ, ਉਹਦੀ ਤੁਸੀਂ ਛੋਟੀ ਜਿਹੀ ਇੱਥੇ ਡਿਟੇਲ ਦੇ ਸਕਦੇ ਆ। ਤੁਸੀਂ ਸਿੰਪਲ ਇਹ ਲਿਖ ਸਕਦੇ ਆ ਕਿ ਵੀਜ਼ਾ ਆਫਿਸਰ ਵਾਜ਼ ਨੋਟ ਸੈਟਿਸਫਾਈਡ, ਜਾਂ ਕੋਈ ਹੋਰ ਰੀਜ਼ਨ ਆ ਤਾਂ ਉਹਨੂੰ ਵੀ ਇੱਥੇ ਐਕਸਪਲੇਨ ਕਰ ਸਕਦੇ ਆ। ਤੁਸੀਂ ਸੇਵ ਐਂਡ ਕੰਟੀਨਿਊ ਕਰਾਂਗੇ ਆਪਾਂ। ਅਦਰ ਇਮੀਗ੍ਰੇਸ਼ਨ ਪ੍ਰੋਬਲਮਸ, ਜੇ ਤੁਸੀਂ ਕਿਸੇ ਕੋਈ ਹੋਰ ਇਮੀਗ੍ਰੇਸ਼ਨ ਪ੍ਰੋਬਲਮ ਹੈਗੀ ਹੈ ਕਿਸੇ ਕੰਟਰੀ ਤੋਂ ਤੁਸੀਂ ਡਿਕਲੇਅਰ ਕਰਨਾ ਚਾਹੁੰਦੇ ਤਾਂ ਯੈਸ ਕਰਕੇ ਦੱਸ ਸਕਦੇ ਆ, ਅਦਰਵਾਈਜ਼ ਨੋ 'ਤੇ ਕਲਿੱਕ ਕਰਕੇ ਸੇਵ ਐਂਡ ਕੰਟੀਨਿਊ। ਜੇ ਤੁਸੀਂ ਇਲੀਗਲੀ ਕਿਸੇ ਕੰਟਰੀ 'ਚ ਐਂਟਰ ਹੋਏ ਆ, ਵੈਸੇ ਤਾਂ ਇਹ ਕੋਈ ਵੀ ਨਹੀਂ ਦੱਸਦਾ ਕਿ ਤੁਸੀਂ ਕਿਸੇ ਕੰਟਰੀ ਇਲੀਗਲ ਗਏ ਆ, ਜੇ ਗਏ ਆ ਦੱਸਣਾ ਚਾਹੁੰਦੇ ਤਾਂ ਯੈਸ ਕਰ ਸਕਦੇ, ਨਹੀਂ ਤਾਂ ਨੋ ਅਤੇ ਸੇਵ ਐਂਡ ਕੰਟੀਨਿਊ। ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਹੈ ਤਾਂ ਤੁਹਾਨੂੰ ਕੋਈ ਵੀ ਇਹਨਾਂ 'ਚੋਂ ਕੋਈ ਵੀ ਤੁਸੀਂ ਦੱਸਣਾ ਚਾਹੁੰਦੇ ਆ ਐਮਬੈਸੀ ਨੂੰ ਤਾਂ ਤੁਸੀਂ ਦੱਸ ਸਕਦੇ ਆ, ਨਹੀਂ ਤਾਂ ਨੋ ਆਈ ਹੈਵ ਨੈਵਰ ਹੈਡ ਅਬਾਊ ਜਿਹੜਾ ਵੀ ਉਹਨੂੰ ਸਿਲੈਕਟ ਕਰਕੇ ਤੁਸੀਂ ਸੇਵ ਐਂਡ ਕੰਟੀਨਿਊ ਕਰੋਗੇ
ਤੁਸੀਂ ਕਿਸੇ ਵਾਰ ਦੇ ਵਿੱਚ ਪਾਰਟੀਸਪੇਟ ਕੀਤਾ ਆ ਯੈਸ ਕਰ ਦਿਓ, ਨਹੀਂ ਕੀਤਾ ਤਾਂ ਨੋ ਕਰਕੇ ਆਈ ਹੈਵ ਰੀਡ ਦਾ ਜਿਹੜਾ ਕੰਸੈਂਟ ਉਹਨੂੰ ਟਿਕ ਕਰਕੇ ਸੇਵ ਐਂਡ ਕੰਟੀਨਿਊ ਕਰ ਦਿਓ। ਟੈਰਰਿਸਟ ਐਕਟੀਵਿਟੀ ਦੇ ਵਿੱਚ ਤੁਸੀਂ ਪਾਰਟੀਸਪੇਟ ਕੀਤਾ ਹੈ, ਇਹ ਵੀ ਮੈਨੂੰ ਪਤਾ ਹੈ ਸਾਰੇ ਨੋ ਹੀ ਕਰਨਗੇ, ਕਿਉਂਕਿ ਕੋਈ ਵੀ ਟੈਰਰਿਸਟ ਐਕਟੀਵਿਟੀ ਦੇ ਵਿੱਚ ਜਿਹੜਾ ਪਾਰਟੀਸਪੇਟ ਕਰਦਾ ਯੈਸ ਨਹੀਂ ਦੱਸੇਗਾ ਕਿ ਮੈਂ ਯੈਸ ਮੈਂ ਕਰ ਰਿਹਾ। ਤੁਸੀਂ ਨੋ ਕਰੋਗੇ। ਸਾਰੇ ਕਾਲਮਸ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹਾਂ, ਕਿਉਂਕਿ ਪੜ੍ਹੇ ਤੋਂ ਬਿਨਾਂ ਇਹਨੂੰ ਤੁਸੀਂ ਨਾ ਕਰਿਓ। ਅਤੇ ਨੋ ਕਰਕੇ ਕੰਸੈਂਟ ਟਿਕ ਕਰਕੇ ਤੁਸੀਂ ਸੇਵ ਐਂਡ ਕੰਟੀਨਿਊ ਕਰੋਗੇ। ਜੇ ਤੁਸੀਂ ਐਕਸਟ੍ਰੀਮਿਸਟ ਆਰਗੇਨਾਈਜੇਸ਼ਨ ਦੇ ਕੋਈ ਮੈਂਬਰ ਹੋ, ਤੁਸੀਂ ਦੱਸਣਾ ਚਾਹੁੰਦੇ ਆ, ਤਾਂ ਤੁਸੀਂ ਇਹਦੇ ਵਿੱਚ ਯੈਸ ਕਰ ਸਕਦੇ ਆ, ਅਦਰਵਾਈਜ਼ ਨੋ। ਮੋਸਟ ਆਫ ਦਾ ਕੇਸਿਸ 99% ਕੇਸਾਂ ਦੇ ਵਿੱਚ ਨੋ ਹੀ ਹੁੰਦਾ ਹੈ, ਅਤੇ ਤੁਸੀਂ ਇੱਥੇ ਨੋ ਹੀ ਕਲਿੱਕ ਕਰੋਗੇ। ਨੋ ਕਲਿੱਕ ਕਰਕੇ ਕੰਸੈਂਟ 'ਤੇ ਟਿਕ ਕਰਕੇ ਅਤੇ ਸੇਵ ਐਂਡ ਕੰਟੀਨਿਊ। ਆਪਣੇ ਕਰੈਕਟਰ ਬਾਰੇ ਦੱਸੋ ਵੀ ਤੁਸੀਂ ਕਿੱਦਾਂ ਦੇ ਹੋ, ਤਾਂ ਤੁਹਾਡਾ ਕਰੈਕਟਰ ਗੁੱਡ ਆ ਜਾਂ ਬੈਡ ਆ, ਉਹਦੇ ਬਾਰੇ ਤੁਸੀਂ ਇਹਦੇ ਵਿੱਚ ਡਿਟੇਲ ਦੱਸਣੀ ਆ। ਅਤੇ ਉਹ ਪੁੱਛ ਰਹੇ ਵੀ ਸਾਡੀ ਕੰਟਰੀ ਨੂੰ ਤੁਹਾਡੇ ਤੋਂ ਕੋਈ ਖਤਰਾ ਤਾਂ ਨਹੀਂ ਆ, ਅਤੇ ਤੁਸੀਂ ਨੋ ਹੀ ਕਰੋਗੇ ਵੀ ਨਹੀਂ, ਮੇਰੇ ਤੋਂ ਤੁਹਾਨੂੰ ਕੋਈ ਖਤਰਾ ਨਹੀਂ ਆ, ਅਤੇ ਗੁੱਡ ਕਰੈਕਟਰ ਹੈ ਮੇਰਾ। ਅਤੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਨੋ ਕਰਕੇ ਸੇਵ ਐਂਡ ਕੰਟੀਨਿਊ ਇੱਕ ਵਾਰ ਪੜ੍ਹ ਲਿਓ ਜ਼ਰੂਰ। ਤੁਹਾਡੀ ਕੋਈ ਅਦਰ ਇੰਪਲੋਇਮੈਂਟ ਹਿਸਟਰੀ ਰਹੀ ਹੈ, ਤੁਸੀਂ ਕਿਸੇ ਆਰਮੀ ਦੇ ਵਿੱਚ, ਕਿਸੇ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ, ਇੰਟੈਲੀਜੈਂਸ ਦੇ ਵਿੱਚ ਕੋਈ ਜੋਬ ਕੀਤੀ ਹੈ ਤਾਂ ਯੈਸ ਕਰ ਸਕਦੇ ਆ। ਜੇ ਨਹੀਂ ਇਹਨਾਂ 'ਚੋਂ ਕੀਤੀ ਤਾਂ ਤੁਸੀਂ ਲਾਸਟ ਵਾਲੀ ਜਿਹੜੀ ਆਪਸ਼ਨ ਆ, ਆਈ ਹੈਵ ਨੋਟ ਵਰਕਡ ਇਨ ਐਨੀ ਆਫ ਦਾ ਜੋਬ 'ਤੇ ਟਿਕ ਕਰਕੇ ਤੁਸੀਂ ਕੰਟੀਨਿਊ ਕਰ ਸਕਦੇ ਆ। ਐਡੀਸ਼ਨਲ ਇਨਫੋਰਮੇਸ਼ਨ ਅਬਾਊਟ ਯੂਅਰ ਐਪਲੀਕੇਸ਼ਨ, ਜੇ ਤੁਹਾਡੇ ਕੋਲੋਂ ਕੋਈ ਚੀਜ਼ ਇਸ ਐਪਲੀਕੇਸ਼ਨ ਦੇ ਵਿੱਚ ਨਹੀਂ ਦੱਸੀ ਗਈ ਤਾਂ ਤੁਸੀਂ ਇਸ ਕਾਲਮ ਦੇ ਵਿੱਚ ਆਪਣੀ ਪੂਰੀ ਡਿਟੇਲ ਨੂੰ ਫਿਲ ਕਰ ਸਕਦੇ ਆ। ਜੇ ਤੁਹਾਡੇ ਰਿਜੈਕਸ਼ਨ ਦੀ ਰੀਜ਼ਨ ਤੁਸੀਂ ਇਹਦੇ ਵਿੱਚ ਡਿਟੇਲ 'ਚ ਦੱਸਣਾ ਚਾਹੁੰਦੇ, ਵੀਜ਼ਾ ਅਫਸਰ ਨੂੰ ਦੱਸ ਸਕਦੇ ਆ। ਆਪਣੇ ਬਿਜ਼ਨਸ ਬਾਰੇ, ਆਪਣੀ ਫੈਮਿਲੀ ਬਾਰੇ ਇਹਦੇ ਵਿੱਚ ਡਿਟੇਲ 'ਚ ਦੱਸ ਸਕਦੇ ਆ ਕਿ ਮੇਰੀ ਫੈਮਿਲੀ 'ਚ ਕੌਣ ਕੌਣ ਆ, ਅਤੇ ਮੇਰੇ ਫੈਮਿਲੀ ਫਾਈਨੈਂਸ਼ੀਅਲ ਟਾਈਜ਼ ਕੀ ਨੇ, ਆਪਣੇ ਬਾਰੇ ਜੋ ਵੀ ਤੁਸੀਂ ਦੱਸਣਾ ਚਾਹੁੰਦੇ ਆ ਅੰਬੈਸੀ ਨੂੰ, ਵੀਜ਼ਾ ਅਫਸਰ ਨੂੰ, ਉਹ ਇੱਥੇ ਐਕਸਪਲੇਨ ਕਰ ਸਕਦੇ ਆ ਆਪਣੇ ਪਰਪਸ ਨੂੰ, ਅਤੇ ਸੇਵ ਐਂਡ ਕੰਟੀਨਿਊ ਕਰ ਦੇਣਾ ਆ। ਇਹ ਤੁਹਾਡੀ ਡਿਟੇਲ ਆ ਗਈ, ਤੁਹਾਡੇ ਕੁਐਸਚਨ ਅਤੇ ਆਨਸਰ ਆ ਗਏ। ਜੇ ਤੁਹਾਡੇ ਕੋਲ ਕੋਈ ਗਲਤੀ ਹੋਈ ਹੈ, ਤੁਹਾਡੇ ਕੋਲ ਮਿਸਟੇਕ ਹੋ ਗਈ ਹੈ, ਤਾਂ ਤੁਸੀਂ ਉਹਨੂੰ ਇੱਥੋਂ ਚੇਂਜ ਵਾਲਾ ਬਟਨ ਪ੍ਰੈਸ ਕਰਕੇ ਆਪਣੀ ਡਿਟੇਲਸ ਨੂੰ ਅਪਡੇਟ ਕਰ ਸਕਦੇ ਆ। ਸਾਰੀ ਡਿਟੇਲ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਆ ਤੁਸੀਂ, ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰਾ ਫਾਰਮ ਨੂੰ ਆਪਣੇ ਨੂੰ ਚੈੱਕ ਕਰਕੇ, ਰਿਵਿਊ ਕਰਕੇ, ਵੈਰੀਫਾਈ ਕਰਕੇ, ਤਾਂ ਫਿਰ ਤੁਸੀਂ ਕੰਟੀਨਿਊ ਵਾਲਾ ਜਿਹੜਾ ਬਟਨ ਹੈ ਉਹਨੂੰ ਪ੍ਰੈਸ ਕਰਨਾ ਆ। ਉਸ ਤੋਂ ਬਾਅਦ 'ਚ ਮੈਂਡੇਟਰੀ ਡਾਕੂਮੈਂਟਸ ਕੀ ਨੇ ਤੁਹਾਡੇ, ਇਹਦੇ 'ਤੇ ਟਿਕ ਕਰੋਗੇ। ਪਾਸਪੋਰਟ ਇੱਕ ਮੈਂਡੇਟਰੀ ਆ, ਅਤੇ ਐਵੀਡੈਂਸ ਤੁਹਾਡੇ ਫੰਡਸ ਦੇ, ਤੁਹਾਡੇ ਕੋਲ ਫੰਡ ਕਿੰਨੇ ਨੇ ਉਹਦੇ 'ਤੇ ਟਿਕ ਕਰੋਗੇ, ਅਤੇ ਸੇਵ ਐਂਡ ਕੰਟੀਨਿਊ 'ਤੇ ਆਪਾਂ ਕਲਿੱਕ ਕਰਾਂਗੇ। ਉਸ ਤੋਂ ਬਾਅਦ 'ਚ ਕੁਛ ਇਹਨਾਂ ਦੀਆਂ ਸ਼ਰਤਾਂ ਆ ਜਾਂਦੀਆਂ ਨੇ, ਅਤੇ ਉਹਦੇ 'ਤੇ ਆਪਾਂ ਕੰਸੈਂਟ 'ਤੇ ਟਿਕ ਕਰਕੇ ਸੇਵ ਐਂਡ ਕੰਟੀਨਿਊ ਕਰਾਂਗੇ। ਉਸ ਤੋਂ ਬਾਅਦ ਡੈਕਲੇਰੇਸ਼ਨ ਆ ਜਾਂਦੀ ਹੈ ਆਪਣੀ ਕਿ ਅਸੀਂ ਆਹ ਚੀਜ਼ ਨਹੀਂ ਕਰਾਂਗੇ। ਆਈ ਐਮ ਦਾ ਅਬਾਵ 18, ਕਿ ਮੈਂ 18 ਸਾਲ ਤੋਂ ਉੱਪਰ ਹਾਂ, ਅਤੇ ਇਹਨੂੰ ਆਪਾਂ ਸੇਵ ਐਂਡ ਕੰਟੀਨਿਊ ਕਰਾਂਗੇ, ਸਬਮਿਟ ਕਰਾਂਗੇ। ਫਿਰ ਤੁਸੀਂ ਆਪਣੇ ਆਨਸਰ ਜਿਹੜੇ ਹੁਣ ਲੇਟੈਸਟ ਦਿੱਤੇ ਆ ਕੰਸੈਂਟ ਦੇ ਵਿੱਚ, ਉਹਨਾਂ ਨੂੰ ਤੁਸੀਂ ਵੈਰੀਫਾਈ ਕਰਨਾ ਆ। ਚੇਂਜ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ, ਕੰਟੀਨਿਊ ਕਰੋ। ਵੀਜ਼ਾ ਆਪਸ਼ਨ ਕਿਹੜੀ ਹੈ, 6 ਮਹੀਨੇ ਦੀ, 2 ਸਾਲ ਦੀ, 5 ਸਾਲ ਦੀ, 10 ਸਾਲ ਦੀ, ਜਿਹੜਾ ਵੀ ਤੁਸੀਂ ਕਰਨਾ ਚਾਹੁੰਦੇ ਹੋ ਟਿਕ ਕਰ ਸਕਦੇ ਹੋ। ਉਹਦੇ ਅਕੋਰਡਿੰਗ ਤੁਹਾਡੀ ਫੀਸ ਆ ਜਾਏਗੀ। ਆਪਾਂ 6 ਮਹੀਨੇ ਦਾ ਵੀਜ਼ਾ ਅਪਲਾਈ ਕਰ ਰਹੇ ਹਾਂ, 6 ਮਹੀਨੇ ਦਾ ਸਿਲੈਕਟ ਕਰਾਂਗੇ, ਅਤੇ ਉਹਦੀ ਜਿਹੜੀ ਐਗਜ਼ੈਕਟ ਫੀਸ ਹੈ ਜਿਹੜੀ INR ਦੇ ਵਿੱਚ, ਜਿੱਦਾਂ ਕਿ 10,900 ਜਾਂ 822 ਰੁਪਏ ਆ ਰਹੀ ਹੈ, ਤਾਂ ਆਪਾਂ ਇਹ ਜਿਹੜੀ ਫੀਸ ਆ ਹੁਣ ਪੇ ਕਰਨੀ ਆ। ਕੰਟੀਨਿਊ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਆ। ਵਰਲਡ ਪੇ ਦੇ ਵਿੱਚ 10,822 ਤੁਸੀਂ ਪੇ ਕਰਨਾ ਆ। ਤੁਸੀਂ ਕ੍ਰੈਡਿਟ ਡੈਬਿਟ ਕਾਰਡ ਯੂਜ਼ ਕਰ ਸਕਦੇ, ਪੇਪਾਲ ਰਾਹੀਂ ਕਰ ਸਕਦੇ, ਜਾਂ ਗੂਗਲ ਪੇ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰੂੰਗਾ। ਆਪਾਂ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਸਿਲੈਕਟ ਕਰਾਂਗੇ, ਆਪਣੇ ਕਾਰਡ ਦੀ ਡਿਟੇਲ ਫਿਲ ਕਰਾਂਗੇ, ਉਹਦੀ ਐਕਸਪਾਇਰੀ ਡੇਟ, ਨਾਮ ਭਰਾਂਗੇ, ਤਾਂ ਆਪਣਾ ਜਿਹੜਾ ਆ ਉਹ ਆਪਾਂ ਮੇਕ ਪੇਮੈਂਟ 'ਤੇ ਆਪਾਂ ਕਲਿੱਕ ਕਰਾਂਗੇ। ਪੇਮੈਂਟ ਸਕਸੈਸਫੁਲ ਹੋਣ ਤੋਂ ਬਾਅਦ ਵਿੱਚ ਇਹ ਪੇਜ ਜਿਹੜਾ ਰੀਡਾਇਰੈਕਟ ਹੋਊਗਾ। ਰੀਡਾਇਰੈਕਟ ਹੋਣ ਦੇ ਬਾਅਦ ਵਿੱਚ ਤੁਸੀਂ ਆਪਣਾ ਜਿਹੜਾ ਐਪਲੀਕੇਸ਼ਨ ਫਾਰਮ ਉਹ ਡਾਊਨਲੋਡ ਕਰ ਸਕਦੇ ਆ। ਤੁਸੀਂ ਆਪਣਾ ਰਿਸੀਪਟ ਜਿਹੜੀ ਆ, ਪੇਮੈਂਟ ਰਿਸੀਪਟ, ਉਹ ਡਾਊਨਲੋਡ ਕਰ ਸਕਦੇ ਆ।
ਚੈੱਕਲਿਸਟ ਵੀ ਡਾਊਨਲੋਡ ਕਰ ਸਕਦੇ ਹਾਂ ਅਤੇ ਕੰਟੀਨਿਊ ਟੂ VFS ਗਲੋਬਲ ਦੀ ਵੈਬਸਾਈਟ 'ਤੇ ਜਾ ਕੇ ਆਪਣੇ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਬੁੱਕ ਕਰ ਸਕਦੇ ਹਾਂ ਅਤੇ ਬਾਇਓਮੈਟ੍ਰਿਕ ਦੇ ਕੇ ਆਪਣੀ ਜਿਹੜੀ ਫਾਈਲ ਨੂੰ ਉਹਨੂੰ ਕੰਪਲੀਟ ਕਰ ਸਕਦੇ ਹਾਂ, ਡਾਕੂਮੈਂਟਸ ਸਕੈਨ ਕਰਵਾ ਸਕਦੇ ਹਾਂ ਉੱਥੇ।